ਏਅਰਪੋਰਟ ਇੰਨੀ ਲਿਮਟਡ ਤੇ ਇੱਕ ਦਾਇਰੇ ਵਿੱਚ ਹੈਗੀ ਆ ਕਿ ਬੇਅਦਬੀ ਕਿਹਨੇ ਕੀਤੀ ਸੀ, ਉਹਨੂੰ ਅੰਜਾਮ ਕਿਹਨੇ ਦਿੱਤਾ ਸੀ। ਸਿੱਧਾ ਤੇ ਸਿੱਧਾ ਦੋਸ਼ ਸਿਰਫ ਡੇਰਾ ਸਿਰਸਾ ਮੁਖੀ ਅਖੌਤੀ ਜਿਹੜਾ ਸਾਧ ਹੈਗਾ ਉਹਦੇ ਤੇ ਲਗਾ ਦਿੱਤਾ ਗਿਆ, ਰਾਮ ਰਹੀਮ ਤੇ ਉਮਰ ਵਿਜੇ ਪ੍ਰਤਾਪ ਸਿੰਘ। ਉਹਨਾਂ ਦੀ ਇੱਕ ਰਿਪੋਰਟ ਹੈਗੀ ਆ, ਜਾਂ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਇੱਕ ਜਿਹੜੀ ਰਿਪੋਰਟ ਹੈਗੀ ਆ, ਜਾਂਚ ਰਿਪੋਰਟ, ਉਹਦੇ ਵਿੱਚ ਸਾਰਾ ਵੇਰਵਾ ਸੀ। ਉਹ ਗੈਪ ਹੈਗਾ ਆ। ਗੱਲ ਕਹੀ ਗਈ ਸੀ ਕਿ ਇਹ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਹੈਗਾ ਆ ਜਾਂ ਜਿਹੜੇ ਅਕਾਲੀ ਦਲ ਹੈਗਾ ਸਿੱਧੇ ਤੌਰ ਤੇ ਜ਼ਿੰਮੇਵਾਰ ਹੈਗਾ ਆ, ਲੇਕਿਨ ਕੈਪਟਨ ਸਰਕਾਰ ਜਿਹੜੀ ਹੈਗੀ ਆ ਉਹ ਰਲ ਕੇ ਜਿਹੜੀ ਹੈਗੀ ਆ ਭਾਈ ਭਤੀਜਾਵਾਦ ਨਿਭਾ ਰਹੀ ਆ ਤੇ ਜਾਣ ਬੁੱਝ ਕੇ ਦੋਵੇਂ ਪਾਰਟੀਆਂ ਮਿਕਸ ਰਲੀਆਂ ਹੋਈਆਂ ਨੇ ਆਪਸ ਵਿੱਚ। ਰਿਪੋਰਟ ਜਿਹੜੀ ਬਣਾਈ ਗਈ ਆ, ਜਾਂਚ ਰਿਪੋਰਟ, ਜਿਹਦੇ ਵਿੱਚ ਬਾਦਲਾਂ ਨੂੰ ਸਾਫ਼ ਤੇ ਸਾਫ਼ ਜਿਹੜਾ ਬਰੀ ਕਰ ਦਿੱਤਾ ਗਿਆ, ਸਾਰੇ ਮੇਦ ਸੈਣੀ ਹੋਣਾ ਨੂੰ ਮੈਂ ਕਹਦਾ ਬਰੀ ਕਰ ਦਿੱਤਾ ਗਿਆ। ਮੌਜੂਦਾ ਕੀ ਦੇਖਿਆ ਜਾਵੇ ਕਿ ਜਿਸ ਤਰੀਕੇ ਦੇ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਉਸ ਤੋਂ ਬਾਅਦ ਕੁਝ ਸਾਲਾਂ ਵਿੱਚ ਹੁੰਦੇ ਨੇ, ਕਿ ਆਮ ਆਦਮੀ ਪਾਰਟੀ ਦੇ ਨਾਲ ਵੀ ਉਸੇ ਤਰ੍ਹਾਂ ਦਾ ਜਿਹੜਾ ਸਲੀਕਾ ਹੈ ਪੰਜਾਬ ਦੇ ਲੋਕ ਕਰ ਸਕਦੇ ਨੇ। ਜਿੱਧਰ ਹਾਸ਼ੀਏ ਤੇ ਹੈਗਾ ਆ, ਕਾਂਗਰਸ ਹਾਸ਼ੀਏ ਤੇ ਹੈਗੀ ਆ, ਇਵੇਂ ਹੀ ਆਮ ਆਦਮੀ ਪਾਰਟੀ ਜੇ ਇਹਨਾਂ ਸੈਂਸਿਟਿਵ ਮੁੱਦਿਆਂ ਦੇ ਉੱਪਰ ਜਿਹੜੇ ਸਿੱਖਾਂ ਦੇ ਹਿਰਦਿਆਂ ਨਾਲ ਜੁੜੇ ਹੋਏ ਆ, ਜੇ ਉਹਨੂੰ ਉਸ ਤਰ੍ਹਾਂ ਦੇ ਨਾਲ ਇਨਸਾਫ ਨਹੀਂ ਕਰ ਪਾਉਂਦੀ ਆਪਣੇ ਵਾਅਦੇ ਮੁਤਾਬਕ, ਤੇ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਵੱਡੇ ਸਿਆਸੀ ਜਿਹੜੇ ਖਮਿਆਜੇ ਆ ਭੁਗਤਣੇ ਪੈ ਸਕਦੇ। 15 ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ। ਇਹਨਾਂ ਘਟਨਾਵਾਂ ਨੂੰ ਵਾਪਰਨ ਦਾ ਕਾਰਨ ਕੀ ਹੈ? ਕਿਉਂਕਿ ਮਾਲਵੇ ਤੋਂ ਇਹ ਦੌਰ ਸ਼ੁਰੂ ਹੁੰਦਾ ਏ ਔਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਬੇਅਦਬੀ ਮਾਮਲੇ ਨੂੰ ਲੈ ਕੇ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ। ਲਗਾਤਾਰ ਜਿੰਨੀਆਂ ਵੀ ਪੰਜਾਬ ਦੀਆਂ ਰਾਜਸੀ ਧਿਰਾਂ ਸੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲੈ ਕੇ ਕਾਂਗਰਸ ਦੀ ਗੱਲ ਹੋਵੇ, ਚਾਹੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਹੋਵੇ, ਤਾਂ ਆਮ ਆਦਮੀ ਪਾਰਟੀ ਦੇ ਸਮੇਤ ਜਿੰਨੀਆਂ ਵੀ ਪੰਜਾਬ ਦੀਆਂ ਰਵਾਇਤੀ ਧਿਰਾਂ ਨੇ, ਉਹਨਾਂ ਨੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਉੱਪਰ ਰਾਜਨੀਤੀ ਕੀਤੀ ਹੈ। ਪਰ ਮੌਜੂਦਾ ਸਮੇਂ ਦੇ ਵਿੱਚ ਦਮਦਮੀ ਟਕਸਾਲ ਅਮਰੀਕ ਸਿੰਘ ਅਜਲਾਲਾ ਨੂੰ ਬੁਲਾ ਕੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਹੈ ਇੱਕ ਰਿਪੋਰਟ ਦਿੱਤੀ ਜਾਂਦੀ ਹੈ। ਉਸ ਰਿਪੋਰਟ ਦੇ ਵਿੱਚ ਕੀ ਹੈ ਤੇ ਵੱਖ-ਵੱਖ ਜਿਹੜੀਆਂ ਪੰਜਾਬ ਦੇ ਨਾਲ ਜੁੜੀਆਂ ਜਾਂ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਉਹ ਇਸ ਰਿਪੋਰਟ ਨੂੰ ਕਿਸ ਤਰ੍ਹਾਂ ਦੇਖਦੀਆਂ ਨੇ, ਔਰ ਜਿਹੜੀ ਕਾਨੂੰਨੀ ਪ੍ਰਕਿਰਿਆ ਆਉਣ ਵਾਲੇ ਸਮੇਂ ਦੇ ਵਿੱਚ ਚੱਲੇਗੀ, ਉਹਦੇ ਵਿੱਚ ਕਿਸ ਤਰ੍ਹਾਂ ਦੇ ਸਿੱਟੇ ਆ ਸਕਦੇ ਨੇ, ਔਰ ਕਿਸ ਤਰ੍ਹਾਂ ਦੇ ਨਤੀਜੇ ਆ ਕੇ ਕਿਹੜੇ-ਕਿਹੜੇ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਸਕਦਾ ਹੈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਗੁਰਮੁਖ ਸਿੰਘ ਬਾਰੀਆ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾਰੀਆ ਸਾਹਿਬ, ਸਭ ਤੋਂ ਮੁੱਢਲਾ ਸਵਾਲ ਇਹੀ ਹੈ ਕਿ ਪਿਛਲੇ ਦਿਨੀ ਸੀਐਮ ਭਗਵੰਤ ਮਾਨ ਨੇ ਜਿਹੜਾ ਸੀ ਅਮਰੀਕ ਸਿੰਘ ਅਜਨਾਲਾ ਨੂੰ ਜਿਹੜਾ ਇੱਕ ਬੇਅਦਬੀ ਮਾਮਲੇ ਦੇ ਸੰਬੰਧ ਵਿੱਚ ਰਿਪੋਰਟ ਦਿੱਤੀ ਸੀ। ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ ਉਹ ਰਿਪੋਰਟ ਜਾਰੀ ਕੀਤੀ ਗਈ ਸਿੱਟ ਦੇ ਵੱਲੋਂ, ਉਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ? ਉਸ ਰਿਪੋਰਟ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਸਵਾਲ ਕੀਤਾ। ਜਿਹੜੀ ਰਿਪੋਰਟ ਰੀਸੈਂਟਲੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਰਮਿਆਨ ਜਿਹੜੀ ਜਾਂਚ ਕਮੇਟੀ ਬੈਠੀ ਸੀ, ਵਿਸ਼ੇਸ਼ ਜਾਂਚ ਕਮੇਟੀ ਐਸਪੀਐਸ ਪਰਮਾਰ ਦੀ ਅਗਵਾਈ 'ਚ, ਇਹ ਰਿਪੋਰਟ ਉਹਨਾਂ ਵੱਲੋਂ ਜਾਂਚ ਕਰਕੇ ਦਿੱਤੀ ਗਈ ਆ। ਇਹ ਰਿਪੋਰਟ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਜਿਹੜਾ ਬੇਅਦਬੀ ਦੇ ਮਾਮਲੇ ਸੀਗੇ ਤੇ ਬੇਅਦਬੀ ਦੇ ਨਾਲ ਜੁੜੇ ਹੋਏ ਗੋਲੀकांड ਦੇ ਮਾਮਲੇ ਸੀਗੇ, ਜਾਂ ਬੇਅਦਬੀ ਕਿਉਂ ਹੋਈ, ਉਹਦੇ ਪਿੱਛੇ ਕਾਰਨ ਕੀ ਸੀ, ਬੈਕਗਰਾਉਂਡ ਕੀ ਬਣੀ, ਇਹ ਬੜਾ ਇੱਕ ਵਿਸਥਾਰਤ ਵਿਸ਼ਾ ਸੀਗਾ ਔਰ ਅਹਿਮ ਤੇ ਹਿਰਦੇ ਵੇਦ ਤੇ ਘਟਨਾ ਸੀ, ਜਿਹਦੀ ਬੜੀ ਵਿਸਥਾਰਤ ਜਾਂਚ ਮੰਗਦੀ ਸੀਗੀ। ਇਹ ਜਾਂਚ ਦਾ ਘੇਰਾ ਇੰਨਾ ਵਿਸ਼ਾਲ ਸੀਗਾ, ਲੇਕਿਨ ਜਿਹੜੀ ਰਿਪੋਰਟ ਦਿੱਤੀ ਗਈ ਆ, ਤੁਸੀਂ ਉੱਤੇ ਸਵਾਲ ਕੀਤਾ, ਇਹ ਰਿਪੋਰਟ ਇੰਨੀ ਲਿਮਟਡ ਤੇ ਇੱਕ ਦਾਇਰੇ ਵਿੱਚ ਹੈਗੀ ਆ ਕਿ ਸਿਰਫ ਤੇ ਸਿਰਫ ਜਿਹੜਾ ਬੇਅਦਬੀ ਕਰਨ ਦੀ ਘਟਨਾ ਹੈਗੀ ਆ, ਖਾਸ ਕਰਕੇ ਬਰਗਾੜੀ ਦੇ ਵਿੱਚ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਖਿਲਾਰੇ ਗਏ ਸੀਗੇ, ਉਹਦੇ ਤੇ ਆਧਾਰਿਤ ਸਿਰਫ ਕਿ ਉਹ ਬੇਅਦਬੀ ਕਿਹਨੇ ਕੀਤੀ ਸੀ, ਉਹਨੂੰ ਅੰਜਾਮ ਕਿਹਨੇ ਦਿੱਤਾ ਸੀ, ਸਿੱਧਾ ਤੇ ਸਿੱਧਾ ਦੋਸ਼ ਸਿਰਫ ਡੇਰਾ ਸਿਰਸਾ ਮੁਖੀ ਅਖੌਤੀ ਜਿਹੜਾ ਸਾਧ ਹੈਗਾ ਉਹਦੇ ਤੇ ਲਗਾ ਦਿੱਤਾ ਗਿਆ, ਰਾਮ ਰਹੀਮ ਤੇ ਜਾਂ ਉਹਦੇ ਪੈਰਾਕੋਰਾਂ ਤੇ। ਲੇਕਿਨ ਉਹਦੀ ਬੈਕਗਰਾਉਂਡ ਕਿ ਉਹ ਬੇਅਦਬੀ ਉਹਨਾਂ ਵੱਲੋਂ ਕਿਉਂ ਕੀਤੀ ਗਈ, ਟਸਲਬਾਜ਼ੀ ਕਿੱਥੋਂ ਆਈ, ਉਹਦੇ ਹਾਲਾਤ ਕਿੱਦਾਂ ਬਣੇ, ਫਿਰ ਉਹਦੇ ਵਿੱਚ ਜਿਹੜੇ ਗੋਲੀकांड ਦੇ ਜ਼ਿੰਮੇਵਾਰ ਕੌਣ ਹੈਗੇ ਆ, ਉਸ ਸਮੇਂ ਸਰਕਾਰ ਕੀ ਕਰ ਰਹੀ ਸੀ ਅਕਾਲੀ ਦਲ ਦੀ, ਇਸ ਰਿਪੋਰਟ ਦੇ ਵਿੱਚ ਕੋਈ ਵੀ ਹੋਰ ਧਿਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਵੀ ਪੱਬਾਂ ਭਾਰ ਹੋਇਆ ਪਿਆ ਆ। ਤੁਸੀਂ ਰਿਪੋਰਟ ਦੀ ਮੈਨੂੰ ਇਹ ਗੱਲ ਦੱਸੀ, ਸਿਰਫ ਤੇ ਸਿਰਫ ਇਹ ਜਿਹੜੀ ਰਿਪੋਰਟ ਜਿਹੜੀ ਹੈਗੀ ਲਿਮਟਡ ਹੈਗੀ ਆ, ਇੱਕ ਬੇਅਦਬੀ ਦੀ ਜਿਹੜੀ ਘਟਨਾ ਹੈਗੀ ਆ ਬਰਗਾੜੀ ਦੀ, ਉਹਦੇ ਉੱਪਰ ਜਿਹੜੇ ਗੁਰੂ ਮਹਾਰਾਜ ਦੇ ਅੰਗ ਖਿਲਾਰੇ ਗਏ ਸੀਗੇ,
ਉਹਨਾਂ ਦੀ ਜਿਹੜੀ ਬੇਅਦਬੀ ਕੀਤੀ ਗਈ ਸੀਗੀ। ਹੋਰ ਇਹ ਤੋਂ ਇਲਾਵਾ ਜਿਹੜਾ ਗੋਲੀकांड ਹੋਇਆ ਬਾਦਲਕਾਣਾ 'ਚ, ਜਾਂ ਜਿਹੜਾ ਡੇਰਾ ਮੁਖੀ ਹੈਗਾ ਸੀਗਾ, ਉਹਨਾਂ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ, ਕਿਹੜੀ ਟਸਲਬਾਜ਼ੀ ਸੀਗੀ, ਉਹਦੇ ਪਿੱਛੇ ਪਹਿਲਾਂ ਉਹਨੂੰ ਮਾਫ਼ੀ ਦਿੱਤੀ ਗਈ ਸੀ। ਇਹ ਬੜਾ ਘਟਨਾਕ੍ਰਮ ਸੀਗਾ, ਇੱਕ ਬੜਾ ਵੱਡਾ, ਜਿਹੜੇ ਇਹਨਾਂ ਦੇ ਵਿਧਾਇਕ ਹੈਗੇ ਆ ਅੰਮ੍ਰਿਤਸਰ ਤੋਂ, ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਦੀ ਇੱਕ ਰਿਪੋਰਟ ਹੈਗੀ ਆ, ਜਾਂ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਇੱਕ ਜਿਹੜੀ ਰਿਪੋਰਟ ਹੈਗੀ ਆ, ਜਾਂਚ ਰਿਪੋਰਟ, ਉਹਦੇ ਵਿੱਚ ਸਾਰਾ ਵੇਰਵਾ ਸੀ। ਉਹ ਗਾਇਬ ਹੈਗਾ ਆ, ਸਿਰਫ ਤੇ ਸਿਰਫ ਇੱਕ ਜਿਹੜਾ ਜਿੰਨਾ ਨਜ਼ਰਾ ਸਾਰਾ ਇੱਕ ਝਾੜ ਦਿੱਤਾ ਗਿਆ ਆ ਡੇਰਾ ਮੁਖੀ ਤੇ। ਸੋ ਇਹ ਰਿਪੋਰਟ ਦੇ ਵਿੱਚ ਸਿਰਫ ਤੇ ਸਿਰਫ ਗੱਲ ਕੀਤੀ ਗਈ ਆ ਬਰਗਾੜੀ ਬੇਅਦਬੀ। ਬਾਰੀਆ ਸਾਹਿਬ, ਕੀ ਲੱਗਦਾ ਕਿ ਜਿਹੜੀ ਇਹ ਬੇਅਦਬੀ ਰਿਪੋਰਟ ਬਣਾਈ ਗਈ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ, ਜਿਹੜੀ ਕਾਰਵਾਈ ਕੀਤੀ ਗਈ ਸੀ, ਉਹਨੂੰ ਮੱਦੇਨਜ਼ਰ ਰੱਖਿਆ ਗਿਆ ਇਹਦੇ ਵਿੱਚ? ਬਿਲਕੁਲ ਮੱਦੇਨਜ਼ਰ ਨਹੀਂ ਰੱਖਿਆ ਗਿਆ। ਜੇ ਮੈਂ ਸਿੱਧਾ ਸਵਾਲ ਤੁਹਾਡਾ ਜਵਾਬ ਦੇਵਾਂ ਤੁਹਾਡੇ ਸਵਾਲ ਦਾ, ਉਹਦਾ ਇੱਕ ਕਾਰਨ ਇਹ ਹੈਗਾ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਅਗਵਾਈ 'ਚ ਸਿੱਟ ਬਣੀ ਸੀ, ਉਹਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਸੀਗੀ, ਉਹਦਾ ਬੜਾ ਵਿਸਥਾਰਤ ਇੱਕ ਰਿਪੋਰਟ ਸੀ। ਹਾਲਾਂਕਿ ਉਹ ਰਿਪੋਰਟ ਹਾਈ ਕੋਰਟ ਵੱਲੋਂ ਸਕੁਐਸ਼ ਕਰ ਦਿੱਤੀ ਗਈ। ਕਿਉਂ ਕੀਤੀ ਗਈ, ਇਹ ਇੱਕ ਵੱਖਰਾ ਵਿਸ਼ਾ ਹੈਗਾ। ਲੇਕਿਨ ਉਹ ਰਿਪੋਰਟ ਕੀ ਸੀ, ਉਹ ਰਿਪੋਰਟ ਦੇ ਵਿੱਚ ਸਾਰਾ ਘਟਨਾਕ੍ਰਮ ਦੱਸਿਆ ਗਿਆ ਸੀਗਾ ਕਿ ਬੇਅਦਬੀ ਦੇ ਹਾਲਾਤ ਕਿੱਦਾਂ ਬਣੇ, ਗੁਰੂ ਮਹਾਰਾਜ ਦੀ ਬੇਅਦਬੀ ਦੇ ਹਾਲਾਤ ਜਿਹੜੇ ਉਹ ਕਿੱਦਾਂ ਬਣੇ, ਕਿਵੇਂ ਡੇਰਾ ਮੁਖੀ ਜਿਹੜਾ ਹੈਗਾ ਸੀ ਉਹਨੇ ਪਹਿਲਾਂ ਸਵਾਂਗ ਰਚਿਆ ਸੀ ਗੁਰੂ ਮਹਾਰਾਜ ਦਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਕਿਵੇਂ ਉਸ ਤੋਂ ਬਾਅਦ ਉਹਦਾ ਅਕਾਲ ਤਖ਼ਤ ਸਾਹਿਬ ਤੋਂ ਬਾਈਕਾਟ ਕੀਤਾ ਗਿਆ, ਉਹਨੂੰ ਪੰਥ ਚੋਂ ਛੇਕਿਆ ਗਿਆ, ਕਿਵੇਂ ਉਸ ਤੋਂ ਬਾਅਦ ਉਹਨੇ ਜਿਹੜੀ ਫਿਲਮ ਬਣਾਈ ਤੇ ਅਕਾਲੀ ਦਲ ਨਾਲ ਅੰਦਰ ਖਾਤੇ ਸਮਝੌਤਾ ਹੋਇਆ, ਉਸ ਫਿਲਮ ਨੂੰ ਚਲਾਉਣ ਦੇ ਲਈ ਉਹਨੂੰ ਮਾਫੀ ਦਵਾਈ ਗਈ। ਇਸ ਦਰਮਿਆਨ ਉਹਦੀ ਫਿਲਮ ਚਲਾਉਣ ਦੇ ਲਈ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਵਿਰੋਧ ਕਰਨ ਦੇ ਕਾਰਨ ਹੀ ਜਦੋਂ ਉਹਦੀ ਫਿਲਮ ਨਹੀਂ ਚੱਲਣ ਦਿੱਤੀ ਗਈ, ਤੇ ਉਹਦੇ ਰਿਵੈਂਜ ਵਜੋਂ ਉਹ ਜਿਹੜੀ ਸੀ ਉਹ ਬੇਅਦਬੀ ਜਿਹੜੀ ਉਹਨਾਂ ਕੀਤੀ ਗੁਰੂ ਮਹਾਰਾਜ ਦੀ, ਔਰ ਚੈਲੰਜ ਕਰਕੇ ਕੀਤੀ ਬਕਾਇਦਾ। ਹਾਂਜੀ, ਇਹਦੇ ਸੰਬੰਧੀ ਜਦੋਂ ਉਸੋਂ ਦੀ ਸਰਕਾਰ ਸੀਗੀ, ਉਹਨੂੰ ਵੀ ਜ਼ਿੰਮੇ ਠਹਿਰਾਇਆ ਗਿਆ ਸੀਗਾ। ਅਕਾਲੀ ਦਲ ਦੀ ਸਰਕਾਰ, ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀਗੀ। ਉਸ ਸਮੇਂ ਦਰਮਿਆਨ ਜਿਹੜੀਆਂ ਸੰਗਤਾਂ ਰੋਸ ਕਰ ਰਹੀਆਂ ਸੀ, ਉਹਨਾਂ ਤੇ ਗੋਲੀ ਚੱਲੀ ਸੀਗੀ, 2 ਸਿੰਘ ਸ਼ਹੀਦ ਹੋਏ ਸੀ। ਇਹ ਸਾਰਾ ਵੇਰਵਾ ਦਿੱਤਾ ਗਿਆ ਸੀਗਾ। ਜਿਹੜੇ ਸਾਬਕਾ ਮੁਖੀ ਸਮੇਤ ਸੈਣੀ ਹੈਗੇ ਆ, ਉਹਨਾਂ ਦੇ ਉੱਤੇ ਵੀ ਸਾਰੇ ਸਵਾਲ ਉਠਾਏ ਗਏ ਸੀਗੇ। ਉਸ ਰਿਪੋਰਟ ਦੇ ਵਿੱਚ ਸਾਰਾ ਵੇਰਵਾ ਸੀ, ਜਿਹੜਾ ਇਸ ਰਿਪੋਰਟ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਬੇਅਦਬੀ ਤੇ ਗੱਲ ਰੱਖੀ ਗਈ ਆ, ਬਾਕੀ ਸਾਰੇ ਵੇਰਵੇ ਗਾਇਬ ਹੈਗੇ ਆ ਜੀ। ਜੇ ਆਪਾਂ 2017 ਦੀ ਗੱਲ ਕਰੀਏ ਜਾਂ 2022 ਦੀਆਂ ਚੋਣਾਂ ਦੀ ਗੱਲ ਕਰੀਏ, ਤਾਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਲੇ ਦੀ ਹੱਡੀ ਬਣਿਆ ਸੀ। ਇਸ ਵਕਤ ਬੇਅਦਬੀਆਂ ਦਾ ਮਸਲਾ ਮੁੱਖ ਮਸਲਾ ਸੀ। ਜਿਹੜਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਜਾਰੀ ਕੀਤੀਆਂ ਜਾਂਦੀਆਂ ਸੀ ਕਿ ਜਿਹੜੀਆਂ ਬੇਅਦਬੀਆਂ ਪੰਜਾਬ ਦੇ ਅੰਦਰ ਹੋਈਆਂ ਨੇ, ਉਹਨਾਂ ਦਾ ਜਿਹੜਾ ਮੁੱਖ ਦੋਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਕਿਉਂਕਿ ਉਹਨਾਂ ਦੇ ਸਮੇਂ ਕਾਲ ਦੇ ਦਰਮਿਆਨ ਹੁੰਦੀਆਂ। ਤਾਂ ਜਦੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ, ਤਾਂ ਬਾਅਦ ਵਿੱਚ ਫਿਰ ਜਿਨ੍ਹਾਂ ਦੇ ਉੱਪਰ ਦੋਸ਼ ਲਗਾਏ ਜਾਂਦੇ ਸੀ, ਉਹਨਾਂ ਨੂੰ ਕਲੀਨ ਚਿੱਟ ਕਿਉਂ ਦੇ ਦਿੱਤੀ ਜਾਂਦੀ ਹੈ? ਬਿਲਕੁਲ ਤੁਹਾਡਾ ਜਿਹੜਾ ਸਵਾਲ ਆ ਵਾਜਬ ਆ। ਆਮ ਆਦਮੀ ਪਾਰਟੀ ਜਦੋਂ ਚੋਣ ਮੈਦਾਨ ਵਿੱਚ ਆਈ ਸੀ 2022 ਦੀਆਂ ਚੋਣਾਂ ਤੋਂ ਬਿਲਕੁਲ ਪਹਿਲਾਂ, ਸਮੇਤ ਜਿਹੜੇ ਇਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੈਗੇ ਆ, ਜਾਂ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਸੀਗੇ ਪਾਰਟੀ ਦੇ ਭਗਵੰਤ ਮਾਨ, ਜਿਹੜੇ ਕਿ ਹੁਣ ਮੁੱਖ ਮੰਤਰੀ ਹੈਗੇ ਮੌਜੂਦਾ, ਉਹਨਾਂ ਵੱਲੋਂ ਬਕਾਇਦਾ ਇਸ ਗੱਲ ਦੇ ਉੱਤੇ ਸਪਸ਼ਟ ਤੌਰ ਤੇ ਮੀਡੀਆ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇਹ ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਹੈਗਾ ਆ, ਜਾਂ ਜਿਹੜੇ ਅਕਾਲੀ ਦਲ ਹੈਗਾ, ਸਿੱਧੇ ਤੌਰ ਤੇ ਜ਼ਿੰਮੇਵਾਰ ਹੈਗਾ ਆ। ਲੇਕਿਨ ਕੈਪਟਨ ਸਰਕਾਰ ਜਿਹੜੀ ਹੈਗੀ ਆ, ਉਹ ਰਲ ਕੇ ਜਿਹੜੀ ਹੈਗੀ ਆ ਭਾਈ ਭਤੀਜਾਵਾਦ ਨਿਭਾ ਰਹੀ ਆ, ਤੇ ਜਾਣ ਬੁੱਝ ਕੇ ਦੋਵੇਂ ਪਾਰਟੀਆਂ ਮਿਕਸ ਰਲੀਆਂ ਹੋਈਆਂ ਨੇ ਆਪਸ ਵਿੱਚ। ਇਸ ਕਰਕੇ ਜਿਹੜਾ ਹੈਗਾ ਬਾਦਲਾਂ ਨੂੰ ਇਹਦੇ ਵਿੱਚੋਂ ਬਚਾਇਆ ਜਾ ਰਿਹਾ ਹੈਗਾ, ਜਾਂ ਅਕਾਲੀ ਦਲ ਦੇ ਜਿਹੜੇ ਵੀ ਲੀਡਰ ਜ਼ਿੰਮੇਵਾਰ ਹੈਗੇ ਆ, ਉਹਨਾਂ ਨੂੰ ਬਚਾਇਆ ਜਾ ਰਿਹਾ। ਸੋ ਇਹਨਾਂ ਨੇ ਇਹ ਵੀ ਦਾਅਵਾ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਹੋਣਾ ਵੱਲੋਂ ਕਿ ਜਦੋਂ ਵੀ ਸਾਡੀ ਸਰਕਾਰ ਬਣੀ, ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਰਿਪੋਰਟ ਹੈਗੀ ਆ, ਉਹਦੇ ਆਧਾਰ ਦੇ ਉੱਪਰ 24 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਬੰਦੇ ਉਹ ਫੜੇ ਜਾ ਸਕਦੇ ਆ, ਸਮੇਤ ਜਿਹੜੇ ਸਿਆਸੀ ਵੱਡੇ ਲੀਡਰ ਹੈਗੇ ਉਹਨਾਂ ਸਮੇਤ। ਇਸੇ ਤਰ੍ਹਾਂ ਦੇ ਦਾਅਵੇ ਭਗਵੰਤ ਮਾਨ ਵੱਲੋਂ ਕੀਤੇ ਗਏ ਸੀ ਕਿ ਚੰਦ ਵੀਕਾਂ ਦੇ ਵਿੱਚ ਹੀ ਅਸੀਂ ਸਾਰੇ ਦੋਸ਼ੀ ਜਿਹੜੇ ਅੰਦਰ ਕਰਾਂਗੇ। ਲੇਕਿਨ ਇਦਾਂ ਨਹੀਂ ਹੋ ਸਕਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਰਿਪੋਰਟ ਹਾਈ ਕੋਰਟ 'ਚੋਂ ਸਕੈਸ਼ ਹੋਈ ਆ, ਲੇਕਿਨ ਉਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਉਸੇ ਰਿਪੋਰਟ ਨੂੰ ਵੈਲਿਡਿਟੀ ਕਰਾਉਣ ਵਾਸਤੇ ਉਹਨੂੰ ਦੁਬਾਰਾ ਉਹਦੇ ਖਿਲਾਫ ਜਿਹੜਾ ਹਾਈ ਕੋਰਟ ਦੇ ਖਿਲਾਫ ਫੈਸਲੇ ਖਿਲਾਫ ਜਾਣ ਦੀ ਬਜਾਏ, ਉਹਦੀ ਪੈਰਵਾਈ ਕਰਨ ਦੀ ਬਜਾਏ, ਇੱਕ ਹੋਰ ਸਿੱਟ ਬਣਾ ਕੇ ਇੱਕ ਲਿਮਟਡ ਜੀ ਰਿਪੋਰਟ ਜਿਹੜੀ ਬਣਾਈ ਗਈ ਆ, ਜਾਂਚ ਰਿਪੋਰਟ, ਜਿਹਦੇ ਵਿੱਚ ਬਾਦਲਾਂ ਨੂੰ ਸਾਫ਼ ਤੇ ਸਾਫ਼ ਜਿਹੜਾ
ਬਰੀ ਕਰ ਦਿੱਤਾ ਗਿਆ, ਸਾਰੇ ਸਮੇਤ ਸੈਣੀ ਹੋਣਾ ਨੂੰ ਇੱਕ ਮੈਂ ਕਹਿਦਾ ਬਰੀ ਕਰ ਦਿੱਤਾ ਗਿਆ, ਮੌਜੂਦਾ ਸਰਕਾਰ ਦੀ ਜਿਹੜੀ ਜਾਂਚ ਰਿਪੋਰਟ ਆ। ਸੋ ਜਿਹੜੀ ਤੁਸੀਂ ਸਵਾਲ ਕੀਤਾ ਸੀ, ਜਿਹੜੇ ਵਾਅਦੇ ਇਹਨਾਂ ਕੀਤੇ ਸੀ, ਉਹ ਦਾਅਵਿਆਂ ਤੇ ਵਾਅਦਿਆਂ ਦੇ ਨੇੜੇ ਆਮ ਆਦਮੀ ਪਾਰਟੀ ਨੇੜੇ ਤੇੜੇ ਵੀ ਨਹੀਂ ਹੈਗੀ। ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਕਰੀਬ ਹੋਵੇ ਤਾਂ ਵੀ ਆ, ਉਹ ਤੋਂ ਬਿਲਕੁਲ ਦੂਰ ਹੈਗੀ ਆ। ਤੇ ਇਹ ਨਾ ਮੰਨਣਯੋਗ ਜਿਹੜੀ ਰਿਪੋਰਟ ਹੋਊਗੀ ਸਿੱਖਾਂ ਦੇ ਵਾਸਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜੀ। ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਚਾਹੇ ਉਹ ਸੀਐਮ ਦੇ ਅਹੁਦੇ ਦੇ ਉੱਪਰ ਕਾਂਗਰਸ ਦੀ ਅਗਵਾਈ ਕਰਦੇ ਨੇ, ਉਹਨਾਂ ਦੀ ਗੱਲ ਕਰੀਏ ਤਾਂ ਉਹ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਸੀ ਗੁਟਕਾ ਸਾਹਿਬ ਦੀ ਕਸਮ ਖਾਂਦੇ ਨੇ ਕਿ ਮੈਂ ਬੇਅਦਬੀਆਂ ਦਾ ਇਨਸਾਫ ਦਿਵਾਵਾਂਗੇ। ਉਹ ਵੀ ਮੁੱਖ ਕਾਰਨ ਇੱਕ ਜਿਹੜੀ ਬਾਦਲ ਧਿਰ ਨੂੰ ਮੰਨਦੇ ਨੇ। ਤਾਂ ਉਸ ਤੋਂ ਬਾਅਦ ਉਹ ਵੀ ਜਦੋਂ ਸੱਤਾ ਵਿੱਚ ਆ ਜਾਂਦੇ ਨੇ ਤਾਂ ਜਿਸ ਤਰ੍ਹਾਂ ਅੱਜ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇੱਕ ਆਪੋਜੀਸ਼ਨ ਮੰਨੀ ਜਾਂਦੀ ਹੈ, ਤਾਂ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ, ਇਸੇ ਤਰ੍ਹਾਂ ਦੀ ਭੂਮਿਕਾ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ ਨਿਭਾਈ ਸੀ। ਤੇ ਕੀ ਦੇਖਿਆ ਜਾਵੇ ਕਿ ਜਿਸ ਤਰੀਕੇ ਦੇ ਹਾਲਾਤ ਕੈਪਟਨ ਅਮਰਿੰਦਰ ਸਿੰਘ ਦੇ ਉਸ ਤੋਂ ਬਾਅਦ ਕੁਝ ਸਾਲਾਂ ਵਿੱਚ ਹੁੰਦੇ ਨੇ, ਕਿ ਆਮ ਆਦਮੀ ਪਾਰਟੀ ਦੇ ਨਾਲ ਵੀ ਉਸੇ ਤਰ੍ਹਾਂ ਦਾ ਜਿਹੜਾ ਸਲੀਕਾ ਪੰਜਾਬ ਦੇ ਲੋਕ ਕਰ ਸਕਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ। ਤੇ ਬਿਲਕੁਲ ਪੰਜਾਬ 'ਚ ਇਸ ਵਕਤ 3 ਵੱਡੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ, ਕਾਂਗਰਸ, ਅਕਾਲੀ ਦਲ, ਬਾਦਲ ਤੇ ਦੂਜੀ ਹੈਗੀ ਆਮ ਆਦਮੀ ਪਾਰਟੀ ਜਿਹੜੀ ਇਹਦੀ ਸਰਕਾਰ ਹੈਗੀ ਜਿਹਨਾਂ ਦੀ ਪੰਜਾਬ ਦੇ ਵਿੱਚ। 2 ਪਾਰਟੀਆਂ ਦਾ ਤੁਸੀਂ ਪਹਿਲਾ ਹਾਲ ਦੇ ਚੁੱਕੇ ਹੋਗੇ ਹੋ। ਕਾਂਗਰਸ ਨੇ ਜਿਹੜੇ ਕੈਪਟਨ ਹੋਣਾ ਦੀ ਤੁਸੀਂ ਗੱਲ ਕੀਤੀ ਹੈ, ਸਾਬਕਾ ਮੁੱਖ ਮੰਤਰੀ ਪੰਜਾਬ, ਬਿਲਕੁਲ ਉਹਨਾਂ ਨੇ ਸਹੁੰ ਚੁੱਕ ਕੇ ਗੁਟਕਾ ਸਾਹਿਬ ਦੀ ਇਹ ਗੱਲ ਕਹੀ ਸੀ ਕਿ ਅਸੀਂ ਨਸ਼ੇ ਜਿਹੜੇ ਆ ਮੈਂ ਕੁਝ ਹਫ਼ਤੇ 'ਚ ਖਤਮ ਕਰ ਦੂੰਗਾ। ਇਸੇ ਤਰ੍ਹਾਂ ਬੇਅਦਬੀ ਦੇ ਜਿੰਨੇ ਦੋਸ਼ੀ ਹੈਗੇ ਆ ਸਾਰੇ ਅੰਦਰ ਹੋਣਗੇ, ਚਾਹੇ ਬਾਦਲ ਉਹਦੇ ਵਿੱਚ ਆਉਣ, ਚਾਹੇ ਕੋਈ ਵੀ ਆਵੇ ਸਿਆਸੀ ਪਰਿਵਾਰ ਉਹਦੇ ਵਿੱਚ ਹੋਵੇ, ਉਹਨੂੰ ਅੰਦਰ ਕੀਤਾ ਜਾਊਗਾ। ਲੇਕਿਨ ਤੁਹਾਨੂੰ ਯਾਦ ਹੋਣਾ ਕਿ ਬੜਾ ਵੱਡਾ ਪ੍ਰੈਸ਼ਰ ਪੈਣ ਤੋਂ ਬਾਅਦ 2-3 ਸਾਲ ਉਹਨਾਂ ਨੇ ਨਾ ਹੀ ਨਹੀਂ ਲਿਆ। ਬਹੁਤ ਵੱਡਾ ਪ੍ਰੈਸ਼ਰ ਪੈਣ ਤੋਂ ਬਾਅਦ ਉਮਰ ਵਿੱਚ ਆਪਣੇ ਮੰਤਰੀਆਂ ਸੰਤਰੀਆਂ ਦੇ ਵੱਡਾ ਇੱਕ ਪ੍ਰੈਸ਼ਰ ਪੈਣ ਤੋਂ ਬਾਅਦ ਹੀ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਅਗਵਾਈ 'ਚ ਇੱਕ ਸਿੱਟ ਬਣਾਈ ਸੀ, ਜਿਹਨੇ ਰਿਪੋਰਟ ਦਿੱਤੀ ਸੀ ਜਿਹੜੀ ਕਿ ਇਹਨਾਂ ਦਾ ਜਿਹੜਾ AGI ਹੈਗਾ ਆ, ਉਸ ਕੈਪਟਨ ਸਰਕਾਰ ਦਾ ਛੁੱਟੀ ਲੈ ਗਿਆ, ਉਹ ਮੌਕੇ ਤੇ ਗਿਆ ਨਹੀਂ ਹੈਗਾ। ਉਹ ਰਿਪੋਰਟ ਸਕੁਐਸ਼ ਹੋ ਗਈ, ਉਹਦੀ ਪੈਰਵਾਈ ਕਾਨੂੰਨੀ ਤੌਰ ਤੇ ਚੰਗੀ ਤਰ੍ਹਾਂ ਨਹੀਂ ਕੀਤੀ। ਇਹਦਾ ਸਾਫ਼ ਮਤਲਬ ਸੀਗਾ ਕਿ ਕੈਪਟਨ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ, ਜਿਹੜੇ ਦੋਸ਼ੀ ਹੈਗੇ ਵੱਡੇ ਕਰੈਕਟਰ ਹੈਗੇ ਆ, ਜਿਹੜੇ ਜਿਹਨੂੰ ਮੈਂ ਕਹਾਂ ਸਮੇਤ ਸੈਣੀ ਸਾਬਕਾ ਪੁਲਿਸ ਮੁਖੀ, ਉਮਰਾ ਨੰਗਲ ਤੇ ਬਾਦਲ ਪਰਿਵਾਰ ਦਾ ਨਾਂ ਆਉਂਦਾ ਹੈਗਾ ਆ, ਉਹਨਾਂ ਖਿਲਾਫ ਕਾਰਵਾਈ ਕਰਨ ਦੇ ਰੌਂਦ ਵਿੱਚ ਨਹੀਂ ਹੈਗੇ ਸੀਗੇ। ਸੇਮ ਗੱਲ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਹੁਣ ਦਿਖਾਈ ਦੇ ਰਹੀ ਆ ਕਿ ਜੇ ਇਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਲਿਮਟਿਡ ਇੱਕ ਰਿਪੋਰਟ ਇਹਨਾਂ ਦਿੱਤੀ ਹੈਗੀ ਆ। ਹਾਲਾਂਕਿ ਦੇਖੋ ਇਹਨਾਂ ਨੇ ਕਮਿਟਮੈਂਟ ਕੀ ਕੀਤੀ ਸੀ, ਸਭਰਾ ਸਾਹਿਬ ਇਹਨਾਂ ਕਮਿਟਮੈਂਟ ਕੀਤੀ ਸੀ ਜਾ ਕੇ ਬਹਿਬਲ ਕਲਾਂ, ਜਿੱਥੇ ਸੰਗਰਾਜ ਸਿੰਘ ਜਿਹੜਾ ਪੁੱਤਰ ਹੈਗਾ ਆ ਹਰਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਸ਼ਹੀਦ ਹੋਇਆ ਸੀ ਗੋਲੀकांड ਦੇ ਵਿੱਚ, ਉਹਨਾਂ ਦੇ ਅੱਗੇ ਜਾ ਕੇ ਕਮਿਟਮੈਂਟ ਕੀਤੀ ਸੀ ਕਿ ਤੁਹਾਨੂੰ ਇਨਸਾਫ ਦਵਾਵਾਂਗੇ। ਉਹਨਾਂ ਦਾ ਇਨਸਾਫ ਕਿੱਥੇ ਆ ਰਿਪੋਰਟ ਦੇ ਵਿੱਚ? ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਪਾਉਂਦਾ, ਜਿਹੜਾ ਗੋਲੀकांड ਹੈਗਾ ਆ ਜਾਂ ਬੇਅਦਬੀ ਦਾ ਜਿਹੜਾ ਕਾਂਡ ਹੈਗਾ, ਸਾਰੇ ਕੋਰਿਲੇਟ ਮੁੱਦੇ ਹੈਗੇ ਆ। ਸੋ ਜੇ ਏਦਾਂ ਨਹੀਂ ਹੋ ਪਾਉਂਦਾ, ਬਹੁਤ ਥੋੜੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਵੱਡਾ ਰਿਵੋਲਟ ਜਿਹੜਾ ਉਦਾਂ ਹੀ ਖੜਾ ਹੋਊਗਾ। ਜਿਵੇਂ ਅੱਜ ਅਕਾਲੀ ਦਲ ਹਾਸ਼ੀਏ ਤੇ ਹੈਗਾ ਆ, ਕਾਂਗਰਸ ਹਾਸ਼ੀਏ ਤੇ ਹੈਗੀ ਆ, ਇਵੇਂ ਹੀ ਆਮ ਆਦਮੀ ਪਾਰਟੀ ਜੇ ਇਹਨਾਂ ਸੈਂਸਿਟਿਵ ਮੁੱਦਿਆਂ ਦੇ ਉੱਪਰ ਜਿਹੜੇ ਸਿੱਖਾਂ ਦੇ ਹਿਰਦਿਆਂ ਨਾਲ ਜੁੜੇ ਹੋਏ ਆ, ਜੇ ਉਹ ਉਹਨੂੰ ਉਸ ਤਰ੍ਹਾਂ ਦੇ ਨਾਲ ਇਨਸਾਫ ਨਹੀਂ ਕਰ ਪਾਉਂਦੀ ਆਪਣੇ ਵਾਅਦੇ ਮੁਤਾਬਕ, ਤੇ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਵੱਡੇ ਸਿਆਸੀ ਜਿਹੜੇ ਖਮਿਆਜੇ ਆ ਭੁਗਤਣੇ ਪੈ ਸਕਦੇ ਆ ਜੀ। ਜੀ, ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਖ ਮਸਲਾ ਹੈਗਾ, ਇਹ ਇਕੱਲਾ ਸਿੱਖ ਧਰਮ ਦੇ ਨਾਲ ਨਹੀਂ ਜੁੜਿਆ। ਜਿੰਨੀਆਂ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਚਾਹੇ ਹੋਰ ਧਰਮ ਦੇ ਨਾਲ ਸੰਬੰਧ ਰੱਖਦੇ ਲੋਕ ਨੇ, ਤਾਂ ਉਹਨਾਂ ਦੇ ਮਨ ਨੂੰ ਵੀ ਇੱਕ ਬਹੁਤ ਵੱਡੀ ਠੇਸ ਪੁੱਜੀ ਕਿ ਜਿਸ ਨੂੰ ਸਿੱਖ ਜਾਗਤ ਗੁਰੂ ਕਹਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਨਾਲ ਯਾਦ ਕਰਦੇ ਨੇ, ਤਾਂ ਉਸ ਦੀਆਂ ਪੰਜਾਬ ਦੇ ਅੰਦਰ ਜਿਹੜਾ ਬੇਅਦਬੀਆਂ ਹੋ ਜਾਣੀਆਂ ਬਹੁਤ ਮੰਦਭਾਗੀਆਂ, ਜਿੱਥੇ ਇੱਕ ਸਿੱਖੀ ਦਾ ਧੁਰਾ ਮੰਨਿਆ ਜਾਂਦਾ ਹੋਵੇ। ਤਾਂ ਕੀ ਦੇਖਿਆ ਜਾਵੇ ਕਿ ਜਿਹੜੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਇੱਕ ਸਿੱਟ ਦੀ ਰਿਪੋਰਟ ਸੌਂਪੀ ਜਾਂਦੀ ਹੈ, ਬੇਅਦਬੀ ਸਿੱਟ ਦੀ ਰਿਪੋਰਟ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸੌਂਪੀ ਜਾਂਦੀ ਹੈ, ਉਹਦਾ ਕਾਰਨ ਕੀ ਮੰਨਦੇ ਹੋ? ਕਿ ਇਕੱਲਾ ਭਾਈ ਅਮਰੀਕ ਸਿੰਘ ਦੇ ਨਾਲ ਜੁੜਿਆ ਹੋਇਆ ਮਸਲਾ ਸੀ, ਜਾਂ ਸੁਖਰਾਜ ਸਿੰਘ ਨਿਆਮੀ ਵਾਲਾ ਬੈਠੇ ਨੇ ਬੇਅਦਬੀ ਦਾ ਇਨਸਾਫ ਲੈਣ ਵਾਸਤੇ, ਜਾਂ ਇਸ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਹੋਰ ਪੰਥਕ ਧਿਰਾਂ ਨੇ ਉਹ ਸੰਘਰਸ਼ ਕਰਦੀਆਂ ਨਜ਼ਰ ਆਉਂਦੀਆਂ ਨੇ, ਪਰ ਇਕੱਲੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜਿਹੜਾ ਸੀ ਬੇਅਦਬੀ ਦੀ ਰਿਪੋਰਟ ਸੌਂਪਣਾ, ਉਹਦਾ ਕਾਰਨ ਕੀ ਮੰਨਦੇ ਹੋ ਅਸਲ ਵਿੱਚ?
ਦੇਖੋ, ਇਹ ਜਵਾਬ ਦੇਣ ਦੇ ਲਈ ਮੈਨੂੰ ਸਿਰਫ 1 ਮਿੰਟ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਜਿਹੜੀ ਸੰਘਰਸ਼ ਕੀਤਾ ਜਾ ਰਿਹਾ, ਜਾਂ ਜਿਹੜਾ ਗੋਲੀकांड ਉਹਦੇ ਨਾਲ ਹੋਇਆ, ਉਹਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ, ਉਹਦਾ ਇਨਸਾਫ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ। ਸਾਨੂੰ ਇਹ ਦੇਖਣਾ ਪਊਗਾ ਵੀ ਉਹਦੇ ਵਿੱਚ ਉਹ ਕਿਹੜੀਆਂ ਸੰਸਥਾਵਾਂ ਹੈਗੀਆਂ ਜਾਂ ਕਿਹੜੇ ਲੋਕ ਹੈਗੇ ਜਿਹੜੇ ਅੱਜ ਵੀ ਸੰਘਰਸ਼ ਕਰ ਰਹੇ ਹੈਗੇ, ਜਿਹੜੇ ਬੈਠੇ ਹੈਗੇ ਆ, ਹਾਂਜੀ, ਜਿਨ੍ਹਾਂ ਨੂੰ ਜਿਹੜਾ ਸਰਕਾਰ ਨੇ ਲਗਾਤਾਰ ਜਾ ਕੇ ਭਰੋਸਾ ਦਿਵਾਇਆ ਕਿ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ। ਉਹ ਧਿਰ ਹੈਗੀ ਆ ਅੱਜ ਜਿਹੜੀ ਉੱਥੇ ਧਰਨੇ ਤੇ ਬੈਠੀ ਹੈਗੀ ਆ, ਉਹ ਹੈਗੀ ਆ ਸੁਖਰਾਜ ਸਿੰਘ, ਜਿਹੜਾ ਹਰਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ, ਜਿਹੜਾ ਉੱਥੇ ਹਰਕ੍ਰਿਸ਼ਨ ਭਗਵਾਨ ਸਿੰਘ ਹੁਣੀ ਸ਼ਹੀਦ ਹੋਏ ਆ ਗੋਲੀ ਦੇ ਨਾਲ, ਪੁਲਿਸ ਦੇ ਨਾਲ। ਉਹਨਾਂ ਦਾ ਬੇਟਾ ਬੈਠਾ ਹੋਇਆ ਜਾਂ ਹੋਰ ਸੰਸਥਾਵਾਂ ਉਹਨਾਂ ਦਾ ਸਾਥ ਦੇ ਰਹੀਆਂ ਨੇ। ਉਹਨਾਂ ਨਾਲ ਹੀ ਇਹਨਾਂ ਦਾ ਜਿਹੜਾ ਕਾਨੂੰਨੀ ਸਲਾਹਕਾਰ ਹੈਗੇ ਸੀਗੇ, ਅੱਜ ਤੋਂ 3 ਮਹੀਨੇ ਪਹਿਲਾਂ ਵਾਅਦਾ ਕਰਕੇ ਆਏ ਸੀ ਕਿ ਅਸੀਂ 3 ਮਹੀਨਿਆਂ ਦੇ ਵਿੱਚ 10 ਜੁਲਾਈ ਤੱਕ 3 ਮਹੀਨਿਆਂ ਦੇ ਵਿੱਚ ਅਸੀਂ ਸਾਰੀ ਜਾਂਚ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ, ਦੋਸ਼ੀਆਂ ਨੂੰ ਨੰਗਾ ਕਰਾਂਗੇ ਜਿੰਨੇ ਵੀ ਹੋਣਗੇ। ਸੋ ਉਹ ਕਾਹਦੇ ਲਈ ਬੈਠੇ ਹੋਏ ਆ? ਉਹ ਬੈਠੇ ਹੋਏ ਜਿਹੜੇ ਸਿੰਘ ਸ਼ਹੀਦ ਹੋਏ ਆ ਉੱਥੇ, ਨਾਲ ਦੀ ਨਾਲ ਬੇਅਦਬੀ ਦਾ ਇਨਸਾਫ ਲੈਣ ਵਾਸਤੇ, ਤੇ ਨਾਲ ਦੀ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸੀ। ਸੋ ਤੁਸੀਂ ਦੱਸੋ, ਉਹਨਾਂ ਨੂੰ ਛੱਡ ਕੇ ਜੇ ਭਾਈ ਅਮਰੀਕ ਸਿੰਘ ਅਜਨਾਲਾ ਹੋਣਾ ਨੂੰ ਜਾ ਕੇ ਰਿਪੋਰਟ ਦਿੱਤੀ ਜਾਂਦੀ ਆ, ਜਿਹੜੇ ਬਰਗਾੜੀ ਮੋਰਚੇ ਨੂੰ ਵੀ ਬਹੁਤ ਲੰਬਾ ਸਮਾਂ ਪਹਿਲਾਂ ਛੱਡ ਕੇ ਚਲੇ ਗਏ ਸੀ, ਤੁਹਾਨੂੰ ਯਾਦ ਹੋਣਾ ਵੀ ਉਹਨਾਂ ਨੇ ਡ੍ਰੌਪ ਕਰ ਦਿੱਤਾ ਸੀ ਉੱਥੋਂ, ਉਹ ਘਰ ਜਾ ਕੇ ਬੈਠ ਗਏ ਸੀਗੇ। ਉਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਸਿੱਧੇ ਤੌਰ ਤੇ ਨਾ ਦੇ ਕਦੀ ਕਿਸੇ ਧਰਨੇ 'ਚ ਸ਼ਮੂਲੀਅਤ ਕੀਤੀ, ਨਾ ਹੀ ਉਹਨਾਂ ਨੇ ਕਦੀ ਸੰਘਰਸ਼ ਕੀਤਾ ਇਸ ਤਰ੍ਹਾਂ ਦਾ ਕਿ ਜਿੱਥੋਂ ਲੱਗੇ ਕਿ ਉਹ ਧਿਰ ਹੈਗੇ ਆ ਮੇਨ, ਜਿਨ੍ਹਾਂ ਨੂੰ ਮੁੱਖ ਮੰਤਰੀ ਜਿਹੜੇ ਹੈਗੇ ਆ ਰਿਪੋਰਟ ਸੌਂਪਣ। ਪਹਿਲੀ ਗੱਲ ਤਾਂ ਰਿਪੋਰਟ ਸੌਂਪਣ ਦਾ ਮਤਲਬ ਕੀ ਆ? ਪਬਲਿਕਲੀ ਇਹ ਰਿਪੋਰਟ ਕੋਰਟ ਦੇ ਵਿੱਚ ਜਾਣੀ ਆ, ਕੋਰਟ ਦੇ ਵਿੱਚ ਵੈਸੇ ਸਬਮਿਟ ਹੋਈ ਆ, ਤੇ ਇਹਦੇ ਉੱਤੇ 29 ਜੁਲਾਈ ਨੂੰ ਜਿਹੜਾ ਹੈਗਾ ਦੋਸ਼ ਆਇਦ ਹੋਣੇ ਇਸ ਆਧਾਰ ਦੇ ਉੱਪਰ। ਹਾਲੇ ਇਸ ਰਿਪੋਰਟ ਨੂੰ ਇਸ ਤਰੀਕੇ ਨਾਲ ਜਨਤਕ ਕਰ ਦੇਣਾ ਇੱਕ ਵਿਖਾਵੇ ਵਜੋਂ ਬਿਲਕੁਲ ਗੈਰ ਵਾਜਬ ਹੈਗਾ ਆ। ਮੈਨੂੰ ਇਹ ਕਿਤੇ ਨਾ ਕਿਤੇ ਲੱਗਦਾ ਕਿ ਉਹ ਰਿਪੋਰਟ ਦੀ ਵੈਲਿਡਿਟੀ ਘਟਾਉਣ ਵਾਸਤੇ ਸਗੋਂ ਇਹ ਕੰਮ ਕੀਤਾ ਗਿਆ ਆ, ਕਿ ਜਿਹੜੀਆਂ ਮੇਨ ਧਿਰਾਂ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਸੰਘਰਸ਼ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਔਰ ਸਟੇਟ ਜਿਹੜੀ ਆ, ਪੰਜਾਬ ਦੀ ਜਿਹੜੀ ਸਟੇਟ ਆ, ਆਪਣੇ ਕਰੈਕਟਰ ਖੜੇ ਕਰਕੇ ਉਹਨਾਂ ਨੂੰ ਇੱਕ ਧਿਰ ਬਣਾ ਰਹੀ ਆ ਕਿ ਕੱਲ ਨੂੰ ਉਹ ਕਹਿ ਦੇਣ ਕਿ ਹਾਂ ਅਸੀਂ ਸੰਤੁਸ਼ਟ ਹੈਗੇ ਆ ਤੇ ਇਸ ਕੇਸ ਨੂੰ ਕਲੋਜ਼ ਕੀਤਾ ਜਾਵੇ, ਜਿਹੜਾ ਕਿ ਏਦਾਂ ਨਹੀਂ ਹੋ ਸਕਦਾ ਜੀ। ਹੂੰ। ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਰਿਪੋਰਟ ਦੇ ਵਿੱਚ ਆਪਣੇ ਵੱਲੋਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ, ਚਾਹੇ ਉਹ ਡੇਰਾ ਸਿਰਸਾ ਮੁਖੀ ਦੀ ਗੱਲ ਹੋਵੇ, ਚਾਹੇ ਉਹਦੇ ਨਾਲ ਸੰਬੰਧ ਰੱਖਦੀਆਂ ਹੋਰ ਧਿਰਾਂ ਹੋਣ, ਤਾਂ ਉਹਨਾਂ ਨੂੰ ਕੋਰਟ ਦੇ ਵੱਲੋਂ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਉਹਨਾਂ ਵਿਰੁੱਧ? ਕਿ ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹਦੇ ਉੱਪਰ ਨਿਸ਼ਾਨੇ ਸਿੱਧੇ ਜਾਂਦੇ ਸੀ ਭਗਵੰਤ ਮਾਨ ਦੇ ਵੱਲੋਂ, ਅਰਵਿੰਦ ਕੇਜਰੀਵਾਲ ਦੇ ਵੱਲੋਂ, ਕਿ ਉਹਨਾਂ ਨੂੰ ਇਸੇ ਤਰ੍ਹਾਂ ਕਲੀਨ ਚਿੱਟ ਦੇ ਕੇ ਪਾਸਿਆ ਰੱਖਿਆ ਜਾਵੇਗਾ? ਤਮਾਮ ਸਵਾਲ ਜੁੜਦੇ ਨੇ। ਮੈਂ ਅਖੀਰ ਦੇ ਵਿੱਚ ਬਾਰੀਆ ਸਾਹਿਬ ਤੁਹਾਡੇ ਨਜ਼ਰੀਏ ਤੋਂ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਲੈਣਾ ਚਾਹੁੰਦਾ। ਇਹਨਾਂ ਸਵਾਲਾਂ ਦੇ ਜਵਾਬ ਦੇਣ ਵਾਸਤੇ ਇੱਕ ਫਰੇਮ ਜਿਹੜਾ ਹੈਗਾ ਸਾਨੂੰ ਸਮਝਣਾ ਪਊਗਾ। ਮੈਂ ਸੰਖੇਪ 'ਚ ਗੱਲ ਕਰੂੰਗਾ ਕਿ ਕਿਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਮੰਗੀ ਜਾ ਰਹੀ ਆ। ਕਾਰਵਾਈ ਮੰਗੀ ਜਾ ਰਹੀ ਆ ਜਿਹੜੇ ਸਟੇਟ ਦੇ ਕਰੈਕਟਰ ਹੈਗੇ ਆ। ਸਟੇਟ ਦੇ ਕਰੈਕਟਰ ਤੋਂ ਭਾਵ ਹੈਗਾ ਕਿ ਇੰਡੀਅਨ ਸਟੇਟ ਦੇ ਕਰੈਕਟਰ ਹੈਗੇ ਆ ਸਾਰੇ ਹੀ, ਚਾਹੇ ਉਹ ਸੁਮੇਧ ਸੈਣੀ ਹੋਵੇ, ਚਾਹੇ ਬਾਦਲ ਪਰਿਵਾਰ ਹੋਵੇ, ਚਾਹੇ ਡੇਰਾ ਸਿਰਸਾ ਸਾਹਿਬ ਜਿਹੜਾ ਹੈਗਾ ਉਹ ਹੋਵੇ। ਇਹ ਇੱਕ ਸਟੇਟ ਦੇ ਕਰੈਕਟਰ ਹੈਗੇ ਆ ਵੱਡੇ, ਜਿਹੜੇ ਉਹਨਾਂ ਦਾ ਡੋਮੀਨੇਟ ਕਰਦੇ ਆ ਇੰਡੀਅਨ ਸਟੇਟ ਨੂੰ। ਸੋ ਉਹਨਾਂ ਦੇ ਖਿਲਾਫ ਇੱਕ ਸਟੇਟ ਦੀ ਗਵਰਨਮੈਂਟ ਹੈਗੀ ਆ, ਜਿਹੜੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈਗੀ ਆ, ਜਿਸ ਤਰ੍ਹਾਂ ਦੀ ਉਹਨਾਂ ਰਿਪੋਰਟ ਕੀਤੀ ਆ, ਉਸ ਬਿਹਾਵ ਦੇ ਉੱਪਰ ਉਹਨਾਂ ਖਿਲਾਫ ਕੋਈ ਕਾਰਵਾਈ ਕਰਵਾ ਪਾਉਣੀ ਜਾਂ ਕਰ ਪਾਉਣੀ, ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲਾਂ ਹੀ ਬਾਹਰ ਰੱਖ ਦਿੱਤਾ। ਉਹਨਾਂ ਖਿਲਾਫ ਵੈਸੇ ਕੇਸ ਚੱਲ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਸਮੇਧ ਸੈਣੀ ਹੈਗਾ ਜਾਂ ਉਮਰਾ ਨੰਗਰ ਹੈਗੇ ਆ, ਇੱਕ ਵੱਖਰਾ ਕੇਸ ਜ਼ਰੂਰ ਚੱਲ ਰਿਹਾ ਹੈਗਾ ਆ, ਲੇਕਿਨ ਉਹ ਕੇਸ ਪਹਿਲਾਂ ਦਾ ਸੀ। ਜਿਹੜੀ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਖੁਦ ਜਾਂਚ ਕਰਕੇ ਨਵੇਂ ਸਿਰਿਓਂ ਸਾਰੇ ਬੰਦੇ ਵਿੱਚ ਰੱਖਾਂਗੇ, ਉਹ ਨਹੀਂ ਕੀਤਾ ਗਿਆ। ਜੇ ਤੁਸੀਂ ਮੈਨੂੰ ਪੁੱਛਿਆ ਸੀ ਕਿ ਕੀ ਇਹਨਾਂ ਦੇ ਖਿਲਾਫ ਇਨਸਾਫ ਸੰਭਵ ਹੋ ਪਾਊਗਾ, ਜੇ ਇਸ ਤਰੀਕੇ ਦੇ ਨਾਲ ਸਰਕਾਰ ਕੰਮ ਕਰ ਰਹੀ ਆ, ਜਿਸ ਤਰ੍ਹਾਂ ਨਾਲ ਕਮਿਟਮੈਂਟ ਦੀ ਘਾਟ ਮੈਨੂੰ ਲੱਭ ਰਹੀ ਹੈਗੀ ਆ ਕਿ ਬੜੀ ਛੇਤੀ ਇੱਕ ਫਾਰਮੈਲਿਟੀ ਪੂਰੀ ਕਰਨ ਦੇ ਲਈ ਲਿਮਟਿਡ ਜੀ ਇੱਕ ਜਿਹੜੀ ਜਾਂਚ ਰਿਪੋਰਟ ਤਿਆਰ ਕਰਕੇ ਤੇ ਸਿਰਫ ਜਿਹੜਾ ਡੇਰਾ ਸਿਰਸਾ ਮੁਖੀ ਜਿਹੜਾ ਪਹਿਲਾਂ ਜੇਲ੍ਹ 'ਚ ਹੈਗਾ ਆ, ਤੇ ਜਾਂ ਉਹਦੇ ਜਿਹੜੇ ਪੈਰੋਕਾਰ ਹੈਗੇ ਆ, ਉਹ ਕੁਝ ਭਗੌੜੇ ਹੈਗੇ ਆ, ਕੁਝ ਫੜੇ ਹੋਏ ਹੈਗੇ ਆ। ਜੇ ਇਹਨੂੰ ਸਿਰਫ ਇੱਥੋਂ ਤੱਕ ਲਿਮਟਿਡ ਕਰਕੇ ਖਤਮ ਕਰ ਦਿੱਤਾ ਜਾਂਦਾ ਤੇ ਇਹ ਇਨਸਾਫ ਨਹੀਂ ਹੋਊਗਾ। ਮੈਂ ਸਮਝਾਂਗਾ ਕਿ ਜਿਹੜੇ ਅਸਲ ਦੋਸ਼ੀ ਹੈਗੇ ਆ, ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਮਾਹੌਲ ਤਿਆਰ ਹੋਇਆ, ਡੇਰੇ ਦੇ ਨਾਲ ਸਾਬੋਤਾਜ ਕੀਤਾ ਗਿਆ ਫਿਲਮ ਚਲਾਉਣ ਦੇ ਲਈ, ਉਹਨੂੰ ਮੁਆਫੀ ਦਿੱਤੀ ਗਈ। ਉਹ ਤੋਂ ਬਾਅਦ ਸੰਗਤਾਂ ਦਾ ਰੋਸ ਵਧਿਆ, ਉਹਦੀ ਫਿਲਮ ਨਹੀਂ ਚੱਲਣ ਦਿੱਤੀ ਗਈ। ਉਹਦੇ ਇਵਜ਼ ਦੇ ਵਿੱਚੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ,
ਬੇਅਦਬੀ ਹੋਣ ਤੋਂ ਬਾਅਦ ਫਿਰ ਪ੍ਰੋਟੈਸਟ ਹੋਇਆ, ਫਿਰ ਗੋਲੀकांड ਹੋਇਆ, ਫਿਰ ਸਿੰਘ ਸ਼ਹੀਦ ਹੋਏ। ਉਹ ਕਰੈਕਟਰ ਜਿਹੜੇ ਜ਼ਿੰਮੇਵਾਰ ਹੈਗੇ ਉਹਦੇ ਇਹ ਸਾਰੇ ਲਈ, ਉਹ ਕਿੱਥੇ ਨੇ ਰਿਪੋਰਟ ਦੇ ਵਿੱਚ? ਸੋ ਸਾਫ਼ ਤੇ ਸਾਫ਼ ਜ਼ਾਹਰ ਹੈਗਾ ਆ ਕਿ ਜਿਹੜਾ ਫਰੇਮ ਹੈਗਾ ਆ ਇੰਡੀਅਨ ਜਿਹੜਾ ਜੁਡੀਸ਼ਰੀ ਸਿਸਟਮ ਦਾ, ਤੇ ਜਿਹੜੀ ਵਿੱਚ ਸਟੇਟ ਗਵਰਨਮੈਂਟ ਜਿਹੜੀ ਇੱਕ ਸਿਰਫ ਤੇ ਸਿਰਫ ਕਾਰਪੋਰੇਸ਼ਨ ਬੋਡੀ ਵਜੋਂ ਕੰਮ ਕਰਦੀ ਆ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਹਿੰਮਤ ਵਿੱਚ ਹੈਗੀ ਆ ਜਾਂ ਇਸ ਰੌਂ ਵਿੱਚ ਹੈਗੀ ਆ ਕਿ ਇੰਨੇ ਵੱਡੇ ਕਰੈਕਟਰਾਂ ਨੂੰ ਹੱਥ ਪਾ ਪਾਏ। ਤਾਂ ਹੀ ਤਾਂ ਉਹਨੇ ਬਿਲਕੁਲ ਅਕਾਲੀ ਦਲ ਬਾਦਲ ਨੂੰ ਇੱਕ ਕਲੀਨ ਚਿੱਟ ਮੰਗ ਦੇ ਦਿੱਤੀ ਆ। ਉਹ ਅੱਜ ਪ੍ਰੈਸ ਕਾਨਫਰੰਸਾਂ ਕਰ ਰਿਹਾ, ਮੈਂ ਹੁਣੇ ਸੁਣ ਰਿਹਾ ਸੀਗਾ। ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਅਕਾਲੀ ਦਲ ਦੇ ਹੈਗੇ ਆ, ਈਵਨ ਉਹਦਾ ਮਾਫੀ ਮੰਗਣ ਨੂੰ ਕਹਿ ਰਿਹਾ, ਜਗਤ ਸਾਰੇ ਲੋਕਾਂ ਨੂੰ ਮਾਫੀ ਮੰਗਣ ਕਹਿ ਰਹੇ, ਸਾਡੇ ਕੋਲ ਮਾਫੀ ਮੰਗੋ, ਅਸੀਂ ਦੋਸ਼ੀ ਨਹੀਂ ਸੀ। ਪਰ ਜੇ ਉਹਨਾਂ ਨੂੰ ਸਵਾਲ ਕੀਤਾ ਜਾਵੇ ਕਿ ਜਿਹੜਾ ਬਾਈਬਲ ਕਲਾਂ ਗੋਲੀकांड ਹੋਇਆ ਕਿਹਦੀ ਸਰਕਾਰ 'ਚ ਹੋਇਆ ਸੀ, ਉਹ ਜਿਹੜੇ ਸਿੰਘ ਸ਼ਹੀਦ ਹੋਏ ਕਿਹਨੇ ਕੀਤੇ, ਡੇਰਾ ਪੁਲਿਸ ਮੁਖੀ ਨੂੰ ਮਾਫੀ ਕਿਹਨੇ, ਜਿਹੜਾ ਡੇਰਾ ਮੁਖੀ ਹੈਗਾ ਉਹਨੂੰ ਮਾਫੀ ਕਿਹਨੇ ਦਿੱਤੀ, ਤੇ ਉਹਦੇ ਤੋਂ ਬਾਅਦ ਨੂੰ ਪ੍ਰੋਟੈਕਸ਼ਨ ਕਿਹਨੇ ਦਿੱਤੀ, ਇਹਦੇ ਲਈ ਜ਼ਿੰਮੇਵਾਰ ਕੌਣ ਹੈਗਾ? ਇਹਦੇ ਲਈ ਉਹ ਮਾਫੀ ਜਿਹੜਾ ਕੌਣ ਉਹ ਮਾਫੀ ਉਹ ਮੰਗਣ ਜਿਹੜੇ ਜਿਨ੍ਹਾਂ ਦੇ ਸਿੰਘ ਸ਼ਹੀਦ ਹੋਏ ਆ, ਜਿਨ੍ਹਾਂ ਦੇ ਜਿਹੜੇ ਪਰਿਵਾਰਕ ਜਿਹੜੇ ਮੈਂਬਰ ਸ਼ਹੀਦ ਹੋਏ ਆ। ਜੇ ਮੈਂ ਗੱਲ ਨੂੰ ਲੰਮਾ ਨਾ ਕਰਾਂ, ਤੁਸੀਂ ਸਵਾਲ ਉਹੀ ਕੀਤਾ ਸੀਗਾ ਕਿ ਕੀ ਇਹੋ ਜਿਹੇ ਹਾਲਾਤਾਂ 'ਚ, ਜਿਹੋ ਜਿਹੇ ਹਾਲਾਤ ਸਾਨੂੰ ਲੱਭ ਰਹੇ ਹੈਗੇ ਆ, ਇਹੋ ਜਿਹੇ ਹਾਲਾਤਾਂ 'ਚ ਮੈਨੂੰ ਕਦੇ ਨਹੀਂ ਲੱਗ ਸਕਦਾ ਕਿ ਜਿਹੜੇ ਵੱਡੇ ਕਰੈਕਟਰ ਹੈਗੇ ਆ ਇੰਡੀਅਨ ਸਟੇਟ ਦੇ, ਉਹਨਾਂ ਨੂੰ ਸੁਖਬੀਰ ਸਿੰਘ ਵਰਗੇ, ਉਹਨਾਂ ਨੂੰ ਕਟਹਿਰੇ ਖੜਾ ਕੀਤਾ ਜਾ ਸਕੂਗਾ। ਇਹਦੀ ਜਿਹੜੀ ਪੋਸੀਬਿਲਿਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ, ਉਹਦੀ ਕਮਿਟਮੈਂਟ ਤੋਂ ਕਿਤੇ ਵੀ ਨਜ਼ਰ ਨਹੀਂ ਆਉਂਦੀ। ਬੇਅਦਬੀ ਸਿੱਖ ਮਾਮਲੇ ਨੂੰ ਲੈ ਕੇ ਗੁਰਮੁਖ ਸਿੰਘ ਬਾਰੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਦੇ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਤਮਾਮ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਲਗਾਤਾਰ 2015 ਤੋਂ ਲੈ ਕੇ ਬੇਅਦਬੀਆਂ ਦਾ ਵਾਪਰਨਾ ਵੀ ਡੇਰਾ ਸਿਰਸਾ ਮੁਖੀ ਦੇ ਗੜ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਣਸੁਖਾਵੀਆਂ ਘਟਨਾਵਾਂ ਹੋਣੀਆਂ। ਪਰ ਵੱਡਾ ਸਵਾਲ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ ਉਹਦੇ ਉੱਪਰ ਹੈ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਇੱਕ ਸਿੱਟ ਦੇ ਮੁਖੀ ਰਹਿ ਕੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ ਇੱਕ ਇਨਵੈਸਟੀਗੇਸ਼ਨ ਕੀਤੀ ਹੈ ਬੇਅਦਬੀ ਮਾਮਲਿਆਂ ਨੂੰ ਲੈ ਕੇ, ਤਾਂ ਉਸ ਨੂੰ ਅਣਗੌਲਿਆਂ ਕਰਕੇ ਇੱਕ ਵੱਖਰੀ ਧਿਰ ਬਣਾ ਕੇ ਉਸਦੇ ਕੋਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਸੀ ਅਗਵਾਈ ਕਰਵਾ ਕੇ ਜਿਹੜੀ ਇਨਵੈਸਟੀਗੇਸ਼ਨ ਕਰਵਾਉਣਾ, ਉਹਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਲੀਨ ਚਿੱਟ ਦੇ ਦੇਣਾ ਤਾਂ ਇਹਨਾਂ ਦੇ ਜਿਹੜੇ ਤਮਾਮ ਸਵਾਲ ਨੇ, ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੌਜੂਦਾ ਸੱਤਾਧਾਰੀ ਧਿਰਾਂ ਨੇ ਉਹਨਾਂ ਦੇ ਕੋਲੋਂ ਵੀ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ। ਇਸ ਤਰ੍ਹਾਂ ਦੇ ਤਮਾਮ ਮਸਲਿਆਂ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।